अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਅਹਿਮਦ ਪੱਟੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਪ੍ਰੋਗਰਾਮ ਹੁੰਗਾਰੇ ਦਾ ਪਾੜਾ ਤੇ ਗੈਪ ਜ਼ਿਆਦਾ ਹੋ ਜਾਂਦਾ ਤੇ ਠੀਕ ਹੈ, ਪਾੜਾ ਵੀ ਗੈਪ ਨੂੰ ਹੀ ਆਉਂਦੇ ਨੇ ਔਰ ਜਿਹਨੂੰ ਵਕਫਾ ਆਉਂਦੇ ਹੋ ਨਾ, ਇਹ ਇਸੇ ਨੂੰ ਹੀ ਪਾੜਾ ਆਉਂਦੇ ਨੇ। ਔਰ ਦੋ ਹਲ ਜਦੋਂ ਵਾਹ ਰਹੇ ਹੁੰਦੇ ਨੇ ਤਾਂ ਉਹਦੀਆਂ ਦੋ ਲਾਈਨਾਂ ਜਿਹੜੀਆਂ ਹੁੰਦੀਆਂ ਨੇ ਨਾ, ਹਲ ਚਲਾਉਂਦੇ ਹੋਇਆ ਇਕੱਲੇ ਢੱਗੇ ਵਾਲੇ ਹਲ ਜਿਹੜੇ ਨੇ ਉਹਦੇ 'ਚ ਇੱਕ ਸਿਆੜ ਤੇ ਦੂਜੀ ਦੇ ਜਿਹੜੇ ਦਰਮਿਆਨ ਦਾ ਗੈਪ ਹੈ ਉਹਨੂੰ ਵੀ ਪਾੜਾ ਹੀ ਆਉਂਦੇ ਨੇ। ਬਹਰਹਾਲ ਇੱਕ ਵਿੱਚ ਜ਼ਿਮਨੀ ਆ ਗਈ ਗੁਜ਼ਾਰਿਸ਼। ਮੈਂ ਅਰਜ਼ ਕਰ ਰਿਹਾ ਸਾਂ ਕਿ ਗਰਮੀਆਂ ਜਿਹੜੀਆਂ ਹੁਣ ਉੱਥੇ ਮਈ ਦੀਆਂ ਸ਼ੁਰੂ ਹੋ ਗਈਆਂ ਨਾ, ਇਸ ਮੌਸਮ 'ਚ ਹਰ ਸਾਲ ਦੀ ਪ੍ਰੈਕਟਿਸ ਹੈ ਸਹਿਰਾਈ ਇਲਾਕਿਆਂ 'ਚ ਵੀ, ਮੈਰੇ ਦੇ ਇਲਾਕਿਆਂ 'ਚ ਵੀ, ਵਸਤੀ ਪੰਜਾਬ ਦੀ ਵੀ, ਸਾਊਥ ਪੰਜਾਬ ਦੀ ਵੀ, ਹੋਰ ਜਿੱਥੇ ਜਿੱਥੇ ਗਰਮੀ ਹੁੰਦੀ ਹੈ ਉੱਥੇ ਖੱਖਰਾਂ ਲੱਗਦੀਆਂ ਨੇ ਡੇਮੂਆਂ ਦੀਆਂ, ਉਹਨੂੰ ਭੂੰਡ ਵੀ ਆਉਂਦੇ ਨੇ। ਸਿਆਲਕੋਟ ਵਾਲੇ ਜਿਹੜੇ ਉਹ ਪੀਲੀਆਂ ਹੁੰਦੀਆਂ ਨੇ ਛੋਟੀਆਂ ਛੋਟੀਆਂ, ਉਹਨਾਂ ਨੂੰ ਤੰਬੂੜੀਆਂ ਆਉਂਦੇ ਨੇ, ਲੇਕਿਨ ਸਾਡੀ ਜ਼ੁਬਾਨ ਵਿੱਚ ਡੇਮੂ ਆਉਂਦੇ ਨੇ। ਔਰ ਉਹ ਡੇਮੂਆਂ ਦੀਆਂ ਵੀ ਅੱਗੋਂ ਕਿਸਮਾਂ ਹੁੰਦੀਆਂ ਨੇ, ਉਹਨਾਂ 'ਚ ਜਿਹੜੇ ਖਿੱਲ ਹੁੰਦੀ ਹੈ ਉਹਦਾ ਡਬਲ ਕਲਰ ਕਾਲਾ ਅਤੇ ਅੱਗੋਂ ਥੋੜ੍ਹਾ ਜਿਹਾ ਪਿੱਛੋਂ ਪੀਲਾ, ਉਹ ਜ਼ਿਆਦਾ ਜ਼ਹਿਰੀਲਾ ਹੁੰਦਾ ਔਰ ਜ਼ਿਆਦਾ ਪਲਿਆ ਹੁੰਦਾ। ਬਹਰਹਾਲ ਕਿੱਸਾ ਮੁਖਤਸਰ ਹੈ ਕਿ ਜਿਸ ਟਾਈਮ ਇਹ ਗਰਮੀ ਸ਼ਿੱਦਤ ਇਖਤਿਆਰ ਕਰਦੀ ਹੈ ਤਾਂ ਉਹਨਾਂ ਦਿਨਾਂ 'ਚ ਅੱਗੇ ਪਿੱਛੇ ਵੀ ਹੁੰਦੇ ਤੇ ਹਨ ਸਿਆਲ 'ਚ, ਲੇਕਿਨ ਉਹ ਉਹਨਾਂ ਦੇ ਡੰਗ ਮਰ ਚੁੱਕੇ ਹੁੰਦੇ ਨੇ ਪਾਲੇ 'ਚ। ਔਰ ਫਿਰ ਉਹਨਾਂ ਨੂੰ ਜਿਹੜੀ ਮਾਹੌਲ ਚਾਹੀਦਾ, ਇਨਵਾਇਰਮੈਂਟ ਜਿਹਦੇ ਵਿੱਚ ਉਹਨਾਂ ਉੱਡਣਾ ਅਤੇ ਵੱਢਣਾ, ਉਹ ਵੀ ਉਹਨਾਂ ਵਾਸਤੇ ਸੂਟੇਬਲ ਨਹੀਂ ਹੁੰਦੀ। ਨਤੀਜਤਨ ਉਹ ਫਿਰ ਜਿਸ ਟਾਈਮ ਹੈ ਗਰਮੀ ਯਾਨੀ ਜਿਵੇਂ ਹੀ ਕਣਕਾਂ ਦੀ ਵਾਢੀ ਪੈਂਦੀ ਹੈ ਉਸ ਵੇਲੇ ਉਹ ਡੇਮੂ ਆਪਣੀ ਮਤਲਬ ਇੱਕ ਪੰਜਾਬੀ ਜਾਂਦੇ ਨੂੰ ਉਹਨਾਂ ਦਿਨਾਂ 'ਚ ਉਹ ਭੂਤ ਪੈਂਦੇ ਨੇ। ਅੱਛਾ, ਭੂਤੇ ਫਿਰ ਜਿਹੜੇ ਨੇ ਉਹ ਇਹਨੂੰ ਭੂਤਰਨਾ, ਇਹ ਉਹੀ ਲਫ਼ਜ਼ ਮੈਨੂੰ ਦੱਸਣਾ ਪੈਂਦਾ ਬਾਜ਼ ਦਫਾ ਕਿ ਲਫ਼ਜ਼ ਸਾਡੀ ਜ਼ੁਬਾਨ ਜਿਹੜੇ ਸੈਂਟਰਲ ਪੰਜਾਬ ਦੀ ਜਾਂ ਜੰਗਲੀ ਜਾਂ ਅੱਗੋਂ ਸਾਂਦਲਬਾਰ ਦਾ ਜਿਹੜਾ ਲਹਿਜਾ ਉਹਦੇ 'ਚ ਕੁਝ ਅਲਫਾਜ਼ ਨੇ ਜਿਨ੍ਹਾਂ ਨੂੰ ਅਸੀਂ ਮਸਲਨ ਅਸੀਂ ਭੂਤ ਜਾਣਾ ਆਉਂਦੇ ਨੇ। ਔਰ ਜਿੰਨ ਭੂਤ ਵਾਲਾ ਵੀ ਇਹੀ ਹੈ ਕਿ ਉਹਦੇ 'ਚ ਵੀ ਉਹ ਆਹੂ ਜਿਹੜੀ ਮਚਾਈ ਹੁੰਦੀ ਹੈ ਨਾ, ਜਿਹਨੂੰ ਜਿੰਨ ਪੈ ਜਾਣ, ਇਸੇ ਵਾਸਤੇ ਉਹਨੂੰ ਜਿੰਨ ਭੂਤ ਆਉਂਦੇ ਨੇ। ਅਤੇ ਇਸੇ ਲਹਿਜੇ ਨੂੰ ਜਿਸ ਟਾਈਮ ਸਿਆਲਕੋਟ ਵੱਲ ਅਤੇ ਪਰਾਂ ਸੈਂਟਰਲ ਪੰਜਾਬ ਆਪਣਾ ਮਸ਼ਰਕੀ ਪੰਜਾਬ ਵੱਲ ਜਾਂਦਾ ਅਤੇ ਇਹਨੂੰ ਭੂਤਰ ਆਉਂਦੇ ਨੇ। ਔਰ ਭੂਤਰ ਦੇ ਵਿੱਚ ਉਹ ਹੇ ਐਡ ਹੋ ਕੇ ਫਲਾਣਾ ਬੜਾ ਭੂਤਰਿਆ ਅਤੇ ਉਹ ਲਹਿਜਾ ਥੋੜ੍ਹਾ ਜਿਹਾ ਚੇਂਜ ਹੋ ਜਾਂਦਾ। ਮੈਂ ਮੇਨ ਟੌਪਿਕ ਤੋਂ ਨਾ ਹਟਾਂ, ਲਿੰਗੁਇਸਟਿਕ ਅਤੇ ਲਿਟਰੇਚਰ। ਇੱਕ ਵਾਰੀ ਸਾਡਾ ਇੰਟਰਵਿਊ ਜਦੋਂ ਹੁੰਦਾ ਸੀ ਪਿਆ ਨੰਬਲ 'ਚ, ਅਤੇ ਉਹਨਾਂ ਪੁੱਛਿਆ ਵੀ ਤੂੰ ਇਹ ਸਬਜੈਕਟ ਨਹੀਂ ਪੜ੍ਹੇ ਅਤੇ ਤੂੰ ਹੁਣ MA 'ਚ ਇਹਦੇ 'ਚ ਦਾਖਲਾ ਲੈਣਾ ਚਾਹੁੰਦਾ। ਮੈਂ ਕਿਹਾ ਜੀ ਉਹਦੇ 'ਚ ਇਹ ਦੋ ਹੀ ਹਿੱਸੇ ਨੇ ਨਾ, ਇੱਕ ਲਿੰਗੁਇਸਟਿਕਸ ਅਤੇ ਇੱਕ ਲਿਟਰੇਚਰ। ਆਖੇ ਜੀ ਆ, ਤਾਂ ਮੈਂ ਕਿਹਾ ਜੀ ਲਿੰਗੁਇਸਟਿਕ ਜਿਹੜੀ ਹੈ ਉਹਦੇ ਨਾਲ ਤਾਂ ਜੰਮਦੇ ਬੱਚੇ ਦਾ ਵਾਹ ਪੈ ਜਾਂਦਾ, ਅਤੇ ਲਿਟਰੇਚਰ ਇਹ ਵੇ ਕਿ ਜਿਸ ਵੇਲੇ ਉਹਨੂੰ ਚੋਭਾਂ ਦੇਣ ਲੱਗ ਪਾਉਣ ਜਾਂ ਉਹਨੂੰ ਘਰ ਦੇ ਵੀ ਕਿਸੇ ਮੁਹਾਵਰੇ ਨਾਲ ਜਾਂ ਕਿਸੇ ਅਖਾਣ ਨਾਲ ਸਮਝਾਉਣ ਜਾਂ ਉਹਦੀ ਜ਼ਿੰਦਗੀ ਦੇ ਜਿਹੜੇ ਵਾਹ ਪੈਂਦੇ ਨੇ ਅਤੇ ਉਹਨਾਂ ਵਿੱਚ ਆਪੇ ਲਿਟਰੇਚਰ ਆ ਜਾਂਦਾ। ਜਿਸ ਵੇਲੇ ਜ਼ਰਬੁਲ ਮਿਸਲ ਨੇ ਤੁਹਾਡੀ ਗੁਫ਼ਤਗੂ ਵਿੱਚ ਰਾਹ ਬਣਾ ਲਿਆ, ਲਿਟਰੇਚਰ ਆ ਗਿਆ। ਮੁਹਾਵਰਾ ਜਿਸ ਟਾਈਮ ਆ ਗਿਆ ਤੁਹਾਡੀ ਜ਼ੁਬਾਨ ਵਿੱਚ, ਲਿਟਰੇਚਰ ਆਪੇ ਆ ਗਿਆ। ਅਤੇ ਅਲਫ ਬੇ ਜਿਹੜੀ ਹੈ ਉਹ ਜੰਮਦੇ ਬੰਦੇ ਨੂੰ ਮਤਲਬ ਗੂੰਗਾ ਤੋਂ ਬਾਅਦ ਉਹਦੀ ਲਿੰਗੁਇਸਟਿਕਸ ਸ਼ੁਰੂ ਹੋ ਜਾਂਦੀਆਂ ਨੇ। ਇਸ ਵਾਸਤੇ ਇਹ ਉਹ ਚੀਜ਼ ਹੈ ਜਿਹਦੇ ਅੰਦਰ ਨਾਲ ਬੰਦਾ ਪੜ੍ਹ ਕੇ ਜਵਾਨ ਹੁੰਦਾ। ਇਸ ਵਾਸਤੇ ਇਹ ਜੇ ਮੈਂ ਕਿਹਾ ਮੈਂ ਦਾਖਲਾ ਮੰਗ ਲਿਆ ਤੁਹਾਡੇ ਕੋਲ, ਅਤੇ ਇਹ ਕੋਈ ਸੂਰ ਖਾਣ ਵਾਲੀ ਜਾਂ ਕੋਠੇ 'ਤੇ ਗਾਂ ਚੜ੍ਹਨ ਵਾਲੀ ਗੱਲ ਕੋਈ ਨਹੀਂ, ਨਾਰਮਲ ਗੱਲ ਹੈ। ਅੱਛਾ, ਗੁਜ਼ਾਰਿਸ਼ ਇਹ ਕਰ ਰਿਹਾ ਸਾਂ ਕਿ ਉਹ ਭੂੰਡ ਜਾਂ ਡੇਮੂ, ਇਹਨਾਂ ਦਾ ਫਿਰ ਉਹ ਪੀਕ ਸੀਜ਼ਨ ਉਹ ਆ ਜਾਂਦਾ ਗਰਮੀ। ਗਰਮੀ 'ਚ ਉਹਨਾਂ ਨੂੰ ਉਹ ਮਾਹੌਲ ਵੀ ਚਾਹੀਦਾ ਹੁੰਦਾ ਜਿਹੜਾ ਉਹਨਾਂ ਨੂੰ ਸੂਟੇਬਲ ਹੁੰਦਾ, ਔਰ ਉਹਨਾਂ ਨੇ ਫਿਰ ਉਸ ਟਾਈਮ ਆਪਣੇ ਪਾਲ ਕੇ ਕੱਢੇ ਹੋਏ ਡੰਗ ਜਿਹੜੇ ਨੇ ਉਹ ਵੀ ਤਿਆਰ ਕਰ ਲਏ ਹੁੰਦੇ ਨੇ, ਤੇਜ਼ ਕਰ ਲਏ ਹੁੰਦੇ ਨੇ। ਬਸ ਮੁੜ ਜਿਹਨੂੰ ਵੱਡਿਆ ਜਾਤਕ ਨੂੰ ਵੱਡੇ, ਵੱਡੇ ਨੂੰ ਵੱਡੇ, ਛੋਟੇ ਨੂੰ ਕਿਸੇ ਦੀ ਅੱਖ ਸੁੱਜੀ, ਕਿਸੇ ਦਾ ਖੂਨਾ ਸੁੱਜਿਆ, ਕਿਸੇ ਚੋਖੇ ਲੜ ਗਏ ਅਤੇ ਉਹਨਾਂ ਨੂੰ ਤਾਪ ਚੜ੍ਹ ਗਿਆ। ਲੇਕਿਨ ਉਹਨਾਂ ਦਾ ਜਿਹੜਾ ਜ਼ਮਾਨਾ ਹੈ ਜਾਂ ਉਹ ਜਿਹੜਾ ਉਹਨਾਂ ਦੀ ਪੀਕ ਸੀਜ਼ਨ ਹੈ ਜਿਹੜਾ ਕਿ ਹਰ ਸਾਲ ਆਉਂਦਾ, ਉਹ ਤਜਰਬਾ ਕਰਾ ਦਿੰਦਾ ਤੁਹਾਨੂੰ ਕਿ ਡੇਮੂਆਂ ਦੇ ਨਾਲ ਕਿਸ ਹੱਦ ਤੱਕ ਤੁਹਾਡਾ ਕੰਪਰੋਮਾਈਜ਼ ਹੋ ਸਕਦਾ, ਕਿਸ ਹੱਦ ਤੱਕ ਤੁਹਾਡਾ ਕੰਪਰੋਮਾਈਜ਼ ਨਹੀਂ ਹੋ ਸਕਦਾ। ਇਹਦੇ ਜਿਹੜੀ ਅੱਖੀਂ ਡਿੱਠੀ ਗੱਲ ਹੈ ਨਾ, ਅੱਖਾਂ ਵੇਖੀ ਜਾਂ ਹੱਡ ਵਰਤੀ,
ਉਹ ਇਹ ਵੇ ਕਿ ਬਾਜ਼ ਦਫਾ ਉਹ ਡੇਮੂ ਇੱਕ ਤਾਂ ਹੋਇਆ ਵੀ ਚਲੋ ਕਿਸੇ ਤਰੇਕ 'ਚ ਖੱਖਰ ਬਣਾ ਲਈ, ਚਲੋ ਜੀ ਕਿਸੇ ਬੋਰਡ ਦੇ ਨਾਲ ਖੱਖਰਾਂ ਉਹਨਾਂ ਦੀਆਂ ਲੱਗ ਗਈਆਂ, ਕੋਈ ਜਾਮਨੂਆਂ 'ਤੇ ਲੱਗ ਗਈ, ਕੋਈ ਦਰਖਤਾਂ 'ਚ ਲੱਗ ਗਈ, ਕੋਈ ਅੱਗੇ ਪਿੱਛੇ। ਅੱਛਾ, ਅੱਤਾ ਕਿ ਜਿਹੜੇ ਢਾਰੇ ਟੱਪਰ ਹੁੰਦੇ ਨੇ, ਮਤਲਬ ਐਕਸਟੈਂਸ਼ਨ ਜਿਹੜੀ ਬਣਾਈ ਜਾਂਦੀ ਹੈ ਆਰਜ਼ੀ, ਉਹਨੂੰ ਢਾਰਾ ਜਾਂ ਟੱਪਰੀ ਆਉਂਦੇ ਨੇ, ਉਹਦੇ 'ਚ ਵੀ ਲੱਗ ਜਾਏ ਤਾਂ ਉਹ ਵੀ ਵਾਰੇ 'ਚ। ਡੰਗਰਾਂ ਦੀਆਂ ਕੁੜਾਂ ਹੁੰਦੀਆਂ ਸਨ, ਉਹਨਾਂ 'ਚ ਵੀ ਲੱਗ ਜਾਏ ਤਾਂ ਉਹ ਵੀ ਵਾਰੇ 'ਚ। ਕਿਸੇ ਹੱਦ ਤੱਕ ਵੀ ਤੁਹਾਡਾ ਉੱਥੇ ਚੋਖਾ ਲੈਣ ਦੇਣ ਕੋਈ ਨਹੀਂ, ਆਉਣ ਜਾਣ ਕੋਈ ਨਹੀਂ, ਵਰਤਨ ਕੋਈ ਨਹੀਂ, ਚੋਖੀ। ਲੇਕਿਨ 2-3 ਐਸੇ ਮੌਕੇ ਹੁੰਦੇ ਨੇ ਜਿੱਥੇ ਜਾ ਕੇ ਫਿਰ ਵਾਸਿਆਂ ਵਾਲੇ ਜਿਹੜੇ ਬੰਦੇ ਨੇ, ਜਿਨ੍ਹਾਂ ਦੇ ਘਰ ਨੇ, ਘਰ ਡੇਮੂਆਂ ਦੇ ਨਹੀਂ ਹੁੰਦੇ, ਘਰ ਘਰਾਂ ਵਾਲਿਆਂ ਦੇ ਹੁੰਦੇ ਨੇ। ਆਬਾਦੀ ਜਿਨ੍ਹਾਂ ਦੀ ਹੈ, ਜਿਨ੍ਹਾਂ ਮਕਾਨ ਬਣਾਏ ਨੇ ਰਹਿਣ ਵਾਸਤੇ, ਉਹਨਾਂ ਡੇਮੂਆਂ ਵਾਸਤੇ ਤਾਂ ਨਹੀਂ ਬਣਾਏ। ਉਹ ਫਿਰ ਉਹਨਾਂ ਦਿਨਾਂ 'ਚ ਜਿਹੜੀ ਠੰਡੀ ਜੀ ਅੰਦਰ ਥਾਂ ਹੁੰਦੀ ਹੈ ਕੱਚਿਆਂ ਮਕਾਨਾਂ ਦੀ ਜਾਂ ਕੱਚੀਆਂ ਛੱਤਾਂ ਵਾਲੀ, ਉਹ ਬਾਜ਼ ਦਫਾ ਇੰਝ ਹੁੰਦਾ ਕਿ ਉਹ ਅੰਦਰ ਖੱਖਰ ਬਣਾ ਲੈਂਦੇ ਨੇ ਜਾ ਕੇ, ਜਾਂ ਤੁਹਾਡੇ ਬੂਹਿਆਂ ਦੇ ਅੱਗੇ ਬਰੂਹਾਂ ਦੇ ਉੱਤੇ ਖੱਖਰ ਬਣ ਜਾਂਦੀ, ਐਡੀ ਕੀ ਹੁੰਦੀ ਹੈ, ਫਿਰ ਉਹ ਵੱਧਦੀ ਜਾਂਦੀ ਹੈ। ਸਾਡਾ ਸਾਰੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਇਹ ਤਜਰਬਾ ਹੈ ਕਿ ਜਿੰਨਾ ਚਿਰ ਡੇਮੂਆਂ ਦੀ ਖੱਖਰ ਤੁਹਾਡੇ ਕਿਸੇ ਰੁੱਖ 'ਤੇ, ਕਿਸੇ ਤਰੇਕ 'ਤੇ, ਕਿਸੇ ਬੇਰੀ 'ਤੇ, ਓਨੀ ਦੇਰ ਤੱਕ ਗੁਜ਼ਾਰਾ ਹੋ ਸਕਦਾ। ਉੱਥੋਂ ਦੇ ਆਏ ਵੀ ਵੱਢਦੇ ਨੇ, ਉੱਥੋਂ ਵੀ ਆਏ ਜਿਹੜੇ ਨੇ ਉਹ ਮਾਫ ਨਹੀਂ ਕਰਦੇ ਕਿਸੇ ਅਣਜਾਣੇ ਨੂੰ ਜਾਂ ਵੱਡੇ ਨੂੰ ਜਾਂ ਸਿਆਣੇ ਨੂੰ। ਲੇਕਿਨ ਬਹਰਹਾਲ ਉਹਨਾਂ ਦੇ ਨਾਲ ਫਿਰ ਵੀ ਕਿਸੇ ਹੱਦ ਤੱਕ ਬੰਦਾ ਕਾਰਾ ਕਰ ਸਕਦਾ ਕਿ ਚਲੋ ਹੁਣ ਫਿਰ ਠੀਕ ਹੈ, ਹੁਣ ਕੀ ਕਰੀਏ। ਲੇਕਿਨ ਜਦੋਂ ਡੇਮੂਆਂ ਦੀ ਖੱਖਰ ਤੁਹਾਡੇ ਬੂਹਿਆਂ ਦੇ ਅੱਗੇ ਆ ਕੇ ਲੱਗ ਜਾਏ ਐਡੀ ਐਡੀ ਵੱਡੀ, ਉਸ ਵੇਲੇ ਫਿਰ ਲੋਕਾਂ ਲੰਮੇ ਢਾਂਗੇ ਦੇ ਉੱਤੇ ਪਹਿਲਾਂ ਲੀਰਾਂ ਵੜਨੀਆਂ, ਉਹਨਾਂ ਦੇ ਉੱਤੇ ਮਿੱਟੀ ਦਾ ਤੇਲ ਪਾਣਾ, ਔਰ ਉਹਨੂੰ ਅੱਗ ਲਾ ਕੇ ਤੇ ਦੂਰ ਖਲੋ ਕੇ ਤੇ ਉਹ ਖੱਖਰ ਸਾੜਨੀ। ਫਿਰ ਪਾਣੀ ਦੇ ਪਤੀਲੇ ਕੜਕਾ ਕੇ ਤੇ ਉਹ ਤੱਤੇ ਪਾਣੀ ਚੁੱਕ ਕੇ ਇੱਕੋ ਵਾਰੀ ਮਾਰਨੇ ਉਹਨਾਂ 'ਤੇ, ਸਪਰੇਅ ਕਰਨੀ, ਔਰ ਉਸ ਦੇ ਬਾਅਦ ਜਿਹੜੇ ਫਿਰ ਉਹ ਡਿੱਗਦੇ ਸਨ ਉਹਨਾਂ ਨੂੰ ਜੁੱਤੀਆਂ ਨਾਲ ਮਾਰਿਆ ਜਾਂਦਾ ਸੀ। ਲੇਕਿਨ ਇਹ ਮੌਕਾ ਜ਼ਿਆਦਾਤਰ ਉਦੋਂ ਵੇਖਿਆ ਜਦੋਂ ਤੁਹਾਡੀਆਂ ਬਰੂਹਾਂ ਦੇ ਉੱਤੇ ਖੱਖਰ ਲੱਗ ਜਾਂਦੀ ਹੈ। ਅੱਧੇ ਮੇਰੇ ਸੁਣਨ ਵਾਲੇ ਜਿਹੜੇ ਨੇ ਉਹਨਾਂ ਨੂੰ ਅੰਦਾਜ਼ਾ ਹੋ ਗਿਆ ਹੋਣਾ ਕਿ ਗੱਲ ਕਿਤੇ ਵੀ ਜਾਂਦੀ ਹੈ। ਗੱਲ ਇਹ ਵੇ ਕਿ ਮੁਆਸ਼ਰਤ ਜਿਹੜੀ ਹੈ ਉਹ ਡੰਗ ਮਾਰਨ ਵਾਲੀ ਨਹੀਂ ਹੁੰਦੀ। ਅਗਰ ਬੰਦੇ ਬੰਦਿਆਂ ਨੂੰ ਡੰਗ ਮਾਰਦੇ ਹੋਣ ਗੱਲ ਗੱਲ 'ਤੇ, ਔਰ ਡੰਗ ਦੇ ਨਾਲ ਹੀ ਮੈਂ ਡਾਂਗ ਵੀ ਐਡ ਕਰ ਲਾਂਦਾ, ਔਰ ਬੰਦੇ ਬਿਲਾ ਵਜ੍ਹਾ ਰਾਹ ਜਾਂਦਿਆਂ ਡਾਂਗੋ ਡਾਂਗੀ ਹੋ ਜਾਂਦੇ ਹੋਣ, ਤੇ ਸੁਸਾਇਟੀ ਜਿਹੜੀ ਹੈ ਉਹ ਠੱਟਿਆਂ ਵਿੱਚ, ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਕਨਵਰਟ ਹੋ ਹੀ ਨਹੀਂ ਸੀ ਸਕਦੀ। ਜਦੋਂ ਤੁਸੀਂ ਇੱਕ ਦੂਜੇ ਨੂੰ ਵਹਿੰਦਿਆਂ ਨਾਲ ਹੀ ਮਤਲਬ ਜਾਨਵਰ ਔਰ ਦਰਿੰਦੇ ਬਣ ਜਾਓ, ਔਰ ਤੁਹਾਡੇ ਕੋਲ ਹੌਸਲਾ ਹੀ ਨਾ ਹੋਵੇ ਦੂਜੇ ਦੀ ਬਰਦਾਸ਼ਤ ਵਾਸਤੇ, ਫਿਰ ਅਕਲ ਨਹੀਂ ਮੰਨਦੀ ਕਿ ਬੰਦੇ ਖਿਲਰੇ ਪਾਟੇ ਜਿਹੜੇ ਨੇ ਉਹ ਇਕੱਠੇ ਹੋ ਕੇ ਤੇ ਆਖਣ ਅਸੀਂ ਇਕੱਠਿਆਂ ਰਹਿਣਾ। ਇਹਦਾ ਮਤਲਬ ਇਹ ਵੇ ਕਿ ਇਨਸਾਨੀ ਮੁਆਸ਼ਰਾ, ਇਨਸਾਨੀ ਸੁਸਾਇਟੀ ਬੁਨਿਆਦੀ ਤੌਰ 'ਤੇ ਇੱਕ ਦੂਜੇ ਨੂੰ ਡੰਗ ਤੇ ਡਾਂਗ, ਇਹਦੀ SOP ਨਾਲ ਔਰ ਇਹਦੀ ਇਖਲਾਕੀਆਤ ਨਾਲ ਜੁੜ ਕੇ ਰਹਿ ਹੀ ਨਹੀਂ ਸਕਦੀ। ਡੰਗ ਵਾਲਾ ਜਿਹੜਾ ਤੁਹਾਡੇ ਵਿੱਚ ਅੰਸਰ ਆਉਂਦਾ ਹੈ, ਡੰਗ ਵਾਲਾ ਜਿਹੜਾ ਵਿੱਚ ਤੁਹਾਡੇ ਧੜਾ ਵੜਦਾ ਔਰ ਉਹਦੇ 'ਚ ਰਾਹ ਬਣਾਉਂਦਾ, ਉਹ ਡੇਮੂ ਹੈ, ਉਹ ਪੂੰਡ ਹੈ, ਉਹ ਤੰਬੂੜੀ ਹੈ, ਔਰ ਉਹਨੇ ਆਪਣੀ ਜ਼ਹਿਰੀਲੀ ਫਿਤਰਤ ਦੇ ਜ਼ਰੀਏ ਪੂਰਾ ਸੀਜ਼ਨ ਜਾਂ ਪੂਰੀ ਹਾਈਬਰਨੇਸ਼ਨ ਦੇ ਦੌਰਾਨ ਉਹਨੇ ਜ਼ਹਿਰ ਔਰ ਡੰਗ ਹੀ ਕ੍ਰੀਏਟ ਕੀਤਾ ਹੁੰਦਾ। ਅਮਰੂਦ ਪੱਕਦਾ ਤੇ ਉਹ ਖਾਣ ਦੇ ਕਾਬਿਲ ਹੋ ਜਾਂਦਾ। ਕੁਕੜੀ ਆਂਡਾ ਦਿੰਦੀ ਹੈ, ਤੁਹਾਡੀ ਇਸਤੇਮਾਲ ਵਿੱਚ ਆ ਜਾਂਦਾ। ਮੱਝ ਸੂਪ ਪੈਂਦੀ ਹੈ, ਤੁਹਾਨੂੰ ਦੁੱਧ ਦਿੰਦੀ ਹੈ। ਪਰ ਡੇਮੂ ਜਿਸ ਟਾਈਮ ਆਪਣੀ ਜਾਂ ਤੰਬੂੜੀ ਜਿਸ ਟਾਈਮ ਆਪਣੀ ਪੀਕ ਤੇ ਪਹੁੰਚਦੀ ਹੈ ਨਾ, ਉਹ ਤੁਹਾਨੂੰ ਡੰਗ ਮਾਰਦੀ ਹੈ। ਔਰ ਜਿਹੜੇ ਵੇਲੇ ਡੇਮੂ ਤੁਹਾਡੇ ਬੂਹਿਆਂ ਦੇ ਉੱਤੇ ਖੱਖਰ ਲਾ ਲਵੇ, ਉਸ ਵੇਲੇ ਫਿਰ ਜਾਂ ਤੁਸੀਂ ਆਪਣੇ ਘਰ ਛੱਡ ਦਿਓ,
ਜਾਂ ਤੁਸੀਂ ਉਹਦੀ ਖੱਖਰ ਜਿਹੜੀ ਹੈ ਉਹ ਸਾੜਨੀ ਤੇ ਉਹਨੂੰ ਜੁੱਤੀਆਂ ਨਾਲ ਮਾਰਨਾ। ਪਰ ਨਾ ਉਸ ਤੁਹਾਨੂੰ ਅੰਦਰ ਵੜਨ ਕੋਈ ਨਾ ਦੇਣਾ। ਅਣਜਾਣੇ ਤੁਹਾਡੇ ਉਸ ਨਹੀਂ ਵੜਨ ਦੇਣੇ, ਤੁਹਾਨੂੰ ਅੰਦਰ ਨਹੀਂ ਵੜਨ ਦੇਣਾ। ਜ਼ਨਾਨੀਆਂ ਤੁਹਾਡੀਆਂ ਦੇ ਖੁੰਨੇ ਸੁੱਜੇ ਹੋਣੇ ਨੇ, ਜਿਹੜੀ ਨੇ ਮਤਲਬ ਆਂਡੀ ਰੋਟੀ ਕਰਨ ਵੀ ਆਉਂਦੀ ਜਾਂਦੀ ਨੇ ਵੜਨਾ, ਉਹਨੂੰ ਉਸ ਵੱਢ ਖਾਣਾ। ਸੁੱਤਿਆਂ ਪਿਆਂ ਬੰਦਿਆਂ ਨੂੰ ਵੱਢ ਜਾਂਦੇ ਨੇ। ਬਾਬਿਆਂ ਬੁੱਢਿਆਂ ਨੂੰ ਕਈ ਵਾਰ ਵੇਖਿਆ ਗਾਲੀ ਕੱਢਦੇ ਆ, ਮਤਲਬ ਵੇਖਿਆ ਤੋਂ ਲਾਲ ਸੁਰਖ, ਉਸ ਦੇ ਬਾਅਦ ਫਿਰ ਉੱਤੇ ਜੰਦਰੇ ਮਲਦੇ ਪਏ ਹੁੰਦੇ ਨੇ, ਲੋਹੇ ਦੀਆਂ ਛਾਵਾਂ ਰਗੜ ਕੇ ਜੀ ਇਹਦੇ ਡੰਗ ਪੇ ਕੱਢਨੇ। ਇਹਦਾ ਮਤਲਬ ਇਹ ਵੇ ਕਿ ਜ਼ਹਿਰੀਲੀ ਤੇ ਡੰਗ ਮਾਰਨ ਵਾਲੀ ਜਿਹੜੀ ਮਖਲੂਕ ਹੈ ਉਹਦਾ ਇਨਸਾਨੀ ਸੁਸਾਇਟੀ ਦੇ ਨਾਲ ਚੰਗਾ ਤਾਲੁਕ ਨਾ ਕਿਸੇ ਜ਼ਮਾਨੇ 'ਚ ਰਿਹਾ, ਨਾ ਆਇੰਦਾ ਰਹਿਣਾ। ਹੁਣ ਆਓ ਆਪਣੀ ਸੁਸਾਇਟੀ 'ਚ। ਮੈਂ ਕੱਲ ਪਰਸੋਂ ਮੇਰਾ ਇੱਕ ਇੰਟਰਵਿਊ ਸੀ ਤੇ ਉਹਦੇ 'ਚ ਮੈਂ ਇੱਕ ਗੱਲ ਕੀਤੀ ਸੀ ਕਿ ਪਾਕਿਸਤਾਨ ਜੋ ਚੰਗਾ ਔਖਿਆਂ ਹੋ ਕੇ ਬਣਾਇਆ ਸੀ, ਹੁਣ ਦਾਨਿਸ਼ਵਰ ਬਹਿੰਦੇ ਨੇ, ਉਹ ਆਂਦੇ ਨੇ ਜੀ, ਅੱਧੇ ਆਂਦੇ ਨੇ ਜੀ ਨਹਿਰੂ ਜਿਹੜਾ ਸੀ ਉਹਦਾ ਥਾਟ ਸੀ ਠੀਕ ਸੀ, ਕੁਝ ਆਂਦੇ ਨੇ ਅਬੁਲ ਕਲਾਮ ਆਜ਼ਾਦ ਦੀਆਂ ਜਿਹੜੀਆਂ ਨੇ ਉਹਦੇ ਕੋਟੇਸ਼ਨਾਂ ਪੇਸ਼ ਕਰਦੇ ਨੇ ਵੀ ਇੱਥੇ ਮੁਸਲਮਾਨਾਂ ਨਾਲ ਬੜੀ ਭੈੜੀ ਹੋਣੀ ਹੈ। ਅੱਲਾ ਦੇ ਉਹ ਬੰਦੇ ਮੁਲਕ ਬਣ ਗਏ ਨੇ, ਉਹਨਾਂ ਦੀਆਂ ਹੱਦਾਂ ਬਣ ਗਈਆਂ ਨੇ, ਉਹਨਾਂ ਦੇ ਗਵਰਨਮੈਂਟਾਂ ਇਸਤਹਿਕਾਮ ਪਕੜ ਗਈਆਂ ਨੇ, ਕਰੰਸੀ ਉਹਨਾਂ ਦੀ ਚੱਲ ਗਈ ਹੈ, ਫੋਰਨ ਮਿਨਿਸਟਰ ਉਹਨਾਂ ਦੇ ਬਣ ਗਏ, ਪ੍ਰਾਈਮ ਮਿਨਿਸਟਰ ਬਣਨ ਲੱਗ ਪਏ, ਫੌਜਾਂ ਆਪਣੀਆਂ ਆਪਣੀਆਂ ਤਗੜੀਆਂ ਹੋ ਗਈਆਂ, ਦੋਵਾਂ ਐਟਮ ਬੰਬ ਬਣਾ ਲਏ। ਹੁਣ ਕੱਢੂ ਕੀ ਉਹ ਵਿੱਚੋਂ? ਜੇ ਜ਼ਹਿਨ 'ਚ ਹੋਵੇ ਕਿ ਹੁਣ ਤਾਰੀਖਾਂ ਦੀ ਬੁਨਿਆਦ ਦੇ ਉੱਤੇ ਜੋਗਰਾਫੀਏ ਭੱਜ ਕੇ ਨਹੀਂ ਤਬਦੀਲ ਹੋ ਸਕਦੇ। ਕੋ ਐਗਜ਼ਿਸਟੈਂਸ ਜਿਹੜੀ ਹੈ ਯੂਰਪ ਜਿਹਦੀ ਹੁਣ ਮਿਸਾਲ ਲੈਂਦੇ ਹੋ, ਬਲਕਿ ਜਿਹੜੀ ਥਰਡ ਵਰਲਡ ਹੈ ਹਾਲੇ ਮੰਗ ਕੇ ਵੀ ਖਾਂਦੀ ਉਹਨਾਂ ਕੋਲੋਂ, ਇਹਨਾਂ ਸਾਰਿਆਂ ਦੇ ਇੱਟ ਕੁੱਤੇ ਵਾਲਾ ਹਾਲ ਇੱਥੇ ਹੋਇਆ ਸੀ। ਫਰਾਂਸ ਵਾਲੇ, ਜਰਮਨੀ ਵਾਲੇ ਜਾਂ ਬਰਤਾਨੀਆ ਵਾਲੇ ਹਾਲੇ ਤੱਕ ਮਤਲਬ ਇੱਕ ਦੂਜੇ ਨਾਲ ਇਹਨਾਂ ਦੀਆਂ ਇੱਕ ਡੀਪ ਰੂਟਡ ਨਫ਼ਰਤਾਂ ਮੌਜੂਦ ਨੇ। ਲੇਕਿਨ ਜਿਹੜੀ ਇਹਨਾਂ ਦੀ ਤਹਿਜ਼ੀਬ ਸੀ ਉਹਨੇ ਇਹ ਦੱਸ ਲਿਆ ਇਹਨਾਂ ਨੂੰ ਕਿ ਹੁਣ ਵਸਣਾ ਕਿਵੇਂ ਹੈ, ਅਗਾਂਹ ਕਿਵੇਂ ਟੁਰਨਾ, ਔਰ ਜਿਹੜੀਆਂ ਨਸਲਾਂ ਜੰਮਣੀਆਂ ਨੇ ਉਹਨਾਂ ਦਾ ਕੋਈ ਰਹਿਣ ਨੂੰ, ਕੋਈ ਉਹਨਾਂ ਦੇ ਵਸਣ ਨੂੰ ਕਿਸ ਤਰ੍ਹਾਂ ਕਿਵੇਂ ਅੱਗੋਂ ਨਿਜ਼ਾਮ ਚਲਾਉਣਾ। ਉਹਨਾਂ ਕਾਮਨਵੈਲਥ ਬਣਾਈ ਕਿਉਂਕਿ ਉਹਨਾਂ ਨੂੰ ਵੈਲਥ ਚਾਹੀਦੀ ਸੀ। ਉਹਨਾਂ ਨੇ ਇੱਕ ਯੂਰਪੀਅਨ ਯੂਨੀਅਨ ਬਣਾਈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਡਾ ਇਹਦੇ ਤੋਂ ਬਗੈਰ ਟਾਂਗਾ ਨਹੀਂ ਟੁਰਦਾ। ਅੱਛਾ, ਜਿਨ੍ਹਾਂ ਕੋਲ ਵਸਾਇਲ ਹੈ ਸਨ, ਜਿਨ੍ਹਾਂ ਦੇ ਵਿੱਚ ਤਹਿਕੀਕਾਂ ਵੀ ਹੋਈਆਂ, ਜਿਨ੍ਹਾਂ ਸਾਇੰਸ ਨੂੰ ਵੀ ਰਸਤਾ ਦੇ ਲਿਆ, ਜਿਨ੍ਹਾਂ ਐਜੂਕੇਸ਼ਨ ਨੂੰ ਵੀ ਅੱਗੇ ਵਧਾ ਲਿਆ, ਜਿਨ੍ਹਾਂ ਚਰਚ ਨਾਲੋਂ ਪੋਲੀਟਿਕਸ ਨੂੰ ਵੀ ਅਲੱਗ ਕਰ ਲਿਆ, ਉਹਨਾਂ ਸਾਰਿਆਂ ਨੂੰ ਇਹ ਪਤਾ ਹੈ ਕਿ ਸਾਡਾ ਗੁਜ਼ਾਰਾ ਕੋ ਐਗਜ਼ਿਸਟੈਂਸ ਸਾਰਿਆਂ ਰਲ ਕੇ ਰਹਿਣ ਨਾਲ ਹੋਣਾ। ਤੇ ਤੁਹਾਡਾ ਜਿਨ੍ਹਾਂ ਦਾ ਨਾ ਕੋਈ ਨਹਿਰਾਂ ਤੇ ਪੁਲ ਕੋਈ ਨਹੀਂ, ਸੜਕਾਂ ਕੋਈ ਨਹੀਂ, ਰਾਹ ਕੋਈ ਨਹੀਂ, ਅੱਗੋਂ ਤਾਲੀਮੀ ਇਦਾਰਿਆਂ ਦਾ ਹਾਲ ਕੋਈ ਨਹੀਂ, ਸਕੂਲਾਂ 'ਚ ਡੰਗਰ ਵੱਜੇ ਹੋਏ ਨੇ ਔਰ ਡਿਸਪੈਂਸਰੀਆਂ 'ਚ ਖੋਤੇ ਛੱਡੇ ਨੇ ਲੋਕਾਂ ਨੇ, ਖਾਣ ਨੂੰ ਖੁਰਾਕ ਦਾ ਇੰਤਜ਼ਾਮ ਕੋਈ ਨਹੀਂ, ਹੋਰ ਹਜ਼ਾਰ ਹਾਂ ਮਸਾਇਲ ਨੇ। ਉਹ ਕੋ ਐਗਜ਼ਿਸਟੈਂਸ, ਇਕੱਠਿਆਂ ਰਹਿਣਾ ਔਰ ਇੱਕ ਇਨਸਾਨੀ ਮੁਆਸ਼ਰਤ ਜਿਹੜੀ ਕਿ ਫਿਤਰੀ ਵੀ ਹੈ ਇਨਸਾਨ ਵਾਸਤੇ ਜ਼ਰੂਰਤ ਔਰ ਜਜ਼ਬਾ, ਉਹਦੀ ਥਾਂ ਤੇ ਡੇਮੂਆਂ ਦੀ ਤੇ ਤੰਬੂੜੀਆਂ ਦੀ ਤੇ ਭੂੰਡਾਂ ਦੀ ਤਰਬੀਅਤ ਬਲਕਿ ਸਬਸਕ੍ਰਿਪਸ਼ਨ ਦੇ ਸਿਰ ਤੇ ਚੱਲ ਰਹੇ ਨੇ। ਉਹਨਾਂ ਗੁੱਠਾਂ 'ਚ ਆਪਣੀਆਂ ਆਪਣੀਆਂ ਮਸੀਤ ਬਣਾ ਕੇ ਉੱਥੋਂ ਉਹ ਜ਼ਹਿਰੀਲੇ ਡੰਗ ਤਿਆਰ ਕਰਦੇ ਨੇ ਔਰ ਜਿਸ ਟਾਈਮ ਉਹਨਾਂ ਨੂੰ ਮੌਸਮ ਸੂਟੇਬਲ ਹੁੰਦਾ ਹੈ, ਸਿਆਲ 'ਚ ਨਹੀਂ ਨਿਕਲਦੇ ਉਹ। ਕੋਈ ਚੰਗੀ ਰਜੀਮ ਹੋਵੇ, ਕੋਈ ਚੰਗੀ ਰੇਟ ਆਫ ਸਟੇਟ ਹੋਵੇ ਔਰ ਉਹਨਾਂ ਨੂੰ ਪਤਾ ਹੋਵੇ ਕਿ ਇਹਨਾਂ ਲਿਤਰਾਂ ਨਾਲ ਜਵਾਬ ਦੇਣਾ ਸਾਡੀ ਹਕੂਮਤਾਂ ਨੇ ਅੱਗੋਂ, ਔਰ ਉਹਨਾਂ ਸਾਡੇ ਗੈਰ ਇਨਸਾਨੀ ਔਰ ਗੈਰ ਮੁਆਸ਼ਰਤੀ ਮੁਤਾਲਬਾਤ ਨੂੰ ਘਾਹ ਨਹੀਂ ਪਾਣਾ। ਉਹ ਸਿਆਲ ਹੈ, ਉਹ ਪਾਲਿਆ ਹੈ ਇਹਨਾਂ ਡੇਮੂਆਂ ਵਾਸਤੇ, ਉਹਦੇ ਨੇੜੇ ਨਹੀਂ ਜਾਂਦੇ। ਉਦੋਂ ਬਿਲਕੁਲ ਕੰਨ ਵਲੇਟ ਕੇ ਬੈਠੇ ਰਹਿੰਦੇ ਨੇ। ਲੇਕਿਨ ਜਿਹੜੇ ਵੇਲੇ ਬੇਈਮਾਨ ਹਕੂਮਤਾਂ, ਤਾਲੇ ਆਜ਼ਮਾ ਕਿਸਮ ਦੀਆਂ ਸਿਕਿਉਰਿਟੀ ਇਦਾਰੇ ਔਰ ਫਿਰ ਇੱਕ ਦੂਜੇ ਨਾਲ ਖਿਡਾਉਣ ਵਾਲੇ ਤੇ ਇੱਕ ਦੂਜੇ ਦੇ ਉੱਤੇ ਛੱਡਣ ਵਾਲੇ ਪਿੱਛੇ ਪਲੇਅਰ ਬੈਠੇ ਹੁੰਦੇ ਨੇ, ਉਸ ਵੇਲੇ ਉਹ ਆਉਂਦੇ ਨੇ ਸ਼ਾਬਾ ਵੀ ਹੁਣ ਹੀ ਤੇ ਸਵਾਦ ਆਇਆ। ਉਦੋਂ ਫਿਰ ਉਹ ਆਪਣੀਆਂ ਖੱਖਰਾਂ, ਰੁੱਖਾਂ ਤੋਂ, ਧਰੇਕਾਂ ਤੋਂ ਤੇ
गैर आबाद ਜਿਹੜੇ ਕਰਕੂਟੇ ਨੇ ਉਹਨਾਂ 'ਚੋਂ ਚੁੱਕ ਕੇ ਤੇ ਤੁਹਾਡੇ ਬੂਹਿਆਂ ਦੇ ਉੱਤੇ ਆ ਕੇ ਲਾ ਲੈਂਦੇ ਨੇ। ਇਸ ਵਕਤ ਸਾਡੀ ਪਾਕਿਸਤਾਨ ਦੀ ਜਿਹੜੀ ਸੁਸਾਇਟੀ ਹੈ ਉਹਦੇ 'ਚ ਹੁਣ ਤੁਹਾਡਿਆਂ ਬਰੂਹਾਂ ਦੇ ਉੱਤੇ ਖੱਖਰਾਂ ਲੱਗੀਆਂ ਪਈਆਂ ਨੇ। ਉਹ ਖੱਖਰਾਂ ਨੇ ਜਿਹੜੀਆਂ ਜੁਨੇਦ ਹਫੀਜ਼ ਨੂੰ ਜੇਲ੍ਹ 'ਚੋਂ ਬਾਹਰ ਨਹੀਂ ਆਉਣ ਦਿੰਦੀਆਂ ਪਈਆਂ। ਉਹ ਖੱਖਰਾਂ ਨੇ ਜਿਹੜੀਆਂ ਤੁਹਾਡੇ ਮਿਸ਼ਾਲ ਖਾਨ ਨੂੰ ਦਿਨ ਦਿਹਾੜੇ ਮਤਲਬ ਕੁੱਟ ਕੇ ਤੇ ਜ਼ੁਦੋਕੋਬ ਕਰਕੇ ਜਿਹਨੂੰ ਆਂਦੇ ਨੇ ਕਿ ਬੀਟਨ ਟੂ ਡੈਥ ਉੱਥੇ ਪੜਾਉਂਦੀਆਂ ਨੇ। ਔਰ ਉਹ ਖੱਖਰਾਂ ਨੇ ਜਿਹੜੀਆਂ ਤੁਹਾਡੇ ਪ੍ਰੋਫੈਸਰਾਂ ਦੀਆਂ ਜ਼ੁਬਾਨਾਂ ਸੀਤੀ ਬੈਠੀਆਂ ਨੇ। ਉਹ ਖੱਖਰਾਂ ਨੇ ਜਿਹੜੀਆਂ ਹੁਣ ਗੱਠ ਜੋੜੇ ਉਹ ਜੇ ਬਣਾਉਂਦੀਆਂ ਨੇ ਪਈਆਂ, ਜਿਹਦੇ ਨਤੀਜੇ 'ਚ ਇਲਹਾਦ ਔਰ ਇੱਕ ਯਾਨੀ ਬੇਜ਼ਾਰੀ ਜਿਹੜੀ ਹੈ ਉਹ ਤੇ ਰਸਤਾ ਬਣਾ ਸਕਦੀ ਹੈ, ਲੇਕਿਨ ਆਪਣੇ ਆਪਣੇ ਫੇਥ ਨਾਲ ਤੁਸੀਂ ਹੁਣ ਸਰਵਾਈਵ ਨਹੀਂ ਪੈ ਕਰ ਸਕਦੇ। ਗਜ਼ਬ ਖੁਦਾ ਦਾ ਜਿਹੜੀਆਂ ਗੱਲਾਂ ਤੁਸੀਂ ਉੱਥੇ ਬਹਿ ਕੇ ਨਹੀਂ ਕਰ ਸਕਦੇ, ਜਿਵੇਂ ਤੁਸੀਂ ਪਾਕਿਸਤਾਨ ਛੱਡ ਕੇ ਆਉਂਦੇ ਹੋ, ਨਿਊਯਾਰਕ ਦੇ ਵਿੱਚ ਵੀ ਉਹ ਡਿਸਕਸ਼ਨਸ ਹੋ ਸਕਦੀਆਂ ਨੇ, ਫਰੈਂਕਫਰਟ 'ਚ ਵੀ ਹੋ ਸਕਦੀਆਂ ਨੇ, ਲੰਡਨ ਦੇ ਵਿੱਚ ਵੀ ਉਹ ਡਿਸਕਸ਼ਨ ਹੋ ਸਕਦੀ ਹੈ, ਆਸਟ੍ਰੇਲੀਆ 'ਚ ਵੀ ਹੋ ਸਕਦੀ। ਉੱਥੇ ਕਿਉਂ ਤਾਪ ਚੜ ਜਾਂਦਾ? ਉੱਥੇ ਤੁਹਾਡੇ ਬੂਹਿਆਂ ਦੇ ਉੱਤੇ ਹੁਣ ਉਹਨਾਂ ਡੇਮੂਆਂ ਦੀਆਂ ਖੱਖਰਾਂ ਲੱਗ ਗਈਆਂ ਨੇ। ਹੁਣ ਦੋ ਹੀ ਸੂਰਤਾਂ ਨੇ। ਉਹ ਖੱਤਰੀ ਦਾ ਆਂਦੇ ਨੇ ਕਿ ਖੱਤਰੀ ਬਾਹਰ ਸਵੇਰੇ ਸਵੇਰੇ ਜਾਣਾ ਹੁੰਦਾ ਸੀ ਇਸ਼ਨਾਨ ਕਰਨ ਵੀ, ਤੇ ਝਾੜਾ ਛਾੜੇ ਵੀ ਉਹਦੇ ਬੰਦੇ ਬਾਹਰ ਹੀ ਫਿਰਦੇ ਸਨ। ਟਾਇਲਟਾਂ ਉਦੋਂ ਇੰਝ ਹੀ ਸਨ। ਉਹਦੀ ਰੂਟੀਨ ਦੀ ਗੱਲ ਸੀ, ਉਹਨੇ ਬਾਹਰ ਜਾਣਾ ਤੇ ਅੱਗੇ ਰਾਹ ਚੰਗਾ ਇੱਕ ਜਬਰ ਜੰਗ ਕਿਸਮ ਦਾ ਕੁੱਤਾ ਐਡੇ ਵੱਡੇ ਮੂੰਹ ਵਾਲਾ ਬੈਠਾ ਹੁੰਦਾ ਸੀ। ਉਸ ਇੱਕੋ ਰੂਟੀਨ ਫੜੀ ਸੀ। ਉਸ ਕੁੱਤੇ ਦੇ ਨੇੜੇ ਜਾ ਕੇ ਚੰਗਾ ਪੈਰ ਇੱਕ ਵਾਰੀ ਖੜਕਾਣਾ ਜੇ, ਕੁੱਤਾ ਉੱਠ ਕੇ ਪਰਾਂ ਹੋ ਜਾਂਦਾ ਸੀ, ਉਹ ਬਾਹਰ ਕਰ ਆਉਂਦਾ ਸੀ। ਨਹੀਂ ਤਾਂ ਆਂਦਾ ਸੀ ਮੈਂ ਘਰ ਉਹਲਾ ਬਣਾਇਆ ਸੀ, ਮੈਂ ਉੱਥੇ ਪਿਸ਼ਾਬ ਕਰ ਲੈਂਦਾ ਸੀ। ਹੁਣ ਜਨਾਬ ਉਹ ਜਿਹੜਾ ਨਾ ਪੈਰ ਖੜਕਾਇਆ ਉਹ ਥਾਂ ਨਹੀਂ ਛੱਡਦਾ ਪਿਆ। ਤੁਹਾਡੇ ਕੋਲ ਹੁਣ ਆਪਸ਼ਨ ਇਹ ਹੀ ਹੈ ਕਿ ਜਾਂ ਤੁਸੀਂ ਜੰਗਲਾਂ ਬਾਰਾਂ 'ਚ ਨਿਕਲ ਜਾਓ ਤੇ ਆਪਣੀ ਵਾਸਿਓਂ ਆਪਣਾ ਸੋਸ਼ਲ ਸਿਸਟਮ, ਆਪਣੀ ਮੌਤ ਫੌਤ, ਆਪਣੀ ਖੁਸ਼ੀ ਗਮੀ, ਸ਼ਾਦੀ ਵਿਆਹ ਜਨਾਜ਼ੇ ਇਹ ਜਿਹੜੇ ਨੇ ਇਹ ਹੁਣ ਇਹਦੇ ਸਪੁਰਦ ਕਰ ਜਾਓ। ਆਪ ਕੱਲੋ ਕੱਲੀ ਜਿਹੜੇ ਜੰਗਲਾਂ 'ਚ ਨਿਕਲ ਜਾਓ। ਤੇ ਜੇ ਤੁਸੀਂ ਐਜ਼ ਅ ਇਨਸਾਨੀ ਮੁਆਸ਼ਰਤ ਇਕੱਠਿਆਂ ਰਹਿਣਾ, ਤੁਹਾਨੂੰ ਇਹ ਭੂੰਡਾਂ ਦੀਆਂ ਖੱਖਰਾਂ ਜਿਹੜੀਆਂ ਨੇ ਇਹਨਾਂ ਨੂੰ ਹੁਣ ਅੱਗ ਲਾਣੀ ਪਵੇਗੀ, ਇਹਨਾਂ ਨੂੰ ਭਜਾਣਾ ਪਵੇਗਾ। ਔਰ ਆਇੰਦਾ ਵਾਸਤੇ ਇਹਨਾਂ ਦੀ ਫੇਵਰੇਬਲ ਜਿਹੜੀ ਮਾਹੌਲ ਹੈ ਉਹ ਇਹਨਾਂ ਨੂੰ ਨਹੀਂ ਦੇਣਾ। ਦਿਓ ਦੇ ਇਹ ਫੇਰ ਆਉਣਗੇ। ਇਹ ਹੀ ਇਹਨਾਂ ਦੀ ਰੂਟੀਨ ਹੈ। ਬਾਕੀ ਮੈਂ ਸ਼ੁਰੂ 'ਚ ਗੁਜ਼ਾਰਿਸ਼ ਕਰ ਦਿੱਤੀ ਕਿ ਚਾਹੇ ਕੋਈ ਸੁਸਾਇਟੀ ਮੁਸਲਮਾਨ ਹੈ ਜਾਂ ਨਹੀਂ, ਈਸਾਈ ਨੇ, ਸਿੱਖ ਨੇ, ਹਿੰਦੂ ਨੇ, ਯਹੂਦੀ ਨੇ, ਵਾਟ ਐਵਰ, ਉਹ ਜਿਹੜੇ ਕੋਈ ਵੀ ਹੈ ਨੇ, ਇਨਸਾਨ ਦੀ ਜਬੀਲਤ 'ਚ ਇਹ ਵੇ ਕਿ ਇਹ ਸੁਸਾਇਟੀ ਇਕੱਠਿਆਂ ਹੋ ਕੇ ਰਹਿੰਦੀ ਹੈ। ਇਹ ਰਾਤੀ ਕੂਕਾਂ ਮਾਰੀਏ ਤੇ ਇੱਕ ਦੂਜੇ ਦੀ ਮਦਦ ਨੂੰ ਜਾਂਦੀ ਹੈ। ਜਦੋਂ ਰਾਤੀ ਕਿਸੇ ਦੇ ਘਰ 'ਚ ਕੂਕਾਂ ਵੱਜ ਜਾਣ, ਕਦੀ ਕਿਸੇ ਨੇ ਅੱਜ ਤੱਕ ਮਜ਼ਹਬ ਨਹੀਂ ਪੁੱਛਿਆ, ਉਹਦਾ ਫਿਰਕਾ ਨਹੀਂ ਪੁੱਛਦੇ, ਬੰਦਾ ਡਿੱਗ ਪਵੇ ਉਹਨੂੰ ਜਿਹੜੇ ਭੱਜ ਕੇ ਚੁੱਕਣ ਲੱਗਦੇ ਨੇ ਬੰਦੇ, ਉਹਨਾਂ ਕਦੀ ਕਿਸੇ ਦਾ ਮਜ਼ਹਬ ਨਹੀਂ ਪੁੱਛਿਆ। ਔਰ ਇਹ ਗੰਦੀ ਔਰ ਘਟੀਆ ਤਾਲੀਮ ਜਿਹੜਾ ਦੇਣ ਵਾਲਾ ਤੁਹਾਨੂੰ, ਜਿਹਨੇ ਬਦਬਖਤ ਨੇ ਮਸੀਤਾਂ ਦੇ ਉੱਤੇ ਬੋਰਡ ਲਾਏ ਨੇ ਕਿ ਇੱਥੇ ਇਹ ਮਸੀਤ ਫਲਾਣਿਆਂ ਦੀ ਹੈ, ਇਹਦੇ 'ਚ ਦੂਜਾ ਨਾ ਵੜੇ, ਉਹਨੇ ਉਹ ਫਲਾਣੇ ਦੇ ਨਾਮ ਤੇ ਉਹ ਅਸਲ 'ਚ ਆਪਣੀ ਰਿਟ ਬਣਾ ਲਈ ਹੈ। ਉਹਨੇ ਉਹ ਖੁਦਾ ਦਾ ਘਰ ਨਹੀਂ ਰਹਿਣ ਦਿੱਤਾ। ਜਦੋਂ ਉਹਨੇ ਖੁਦਾ ਦੇ ਘਰ ਦਾ ਤਸ਼ੱਖੁਸ ਨਹੀਂ ਰਹਿਣ ਦਿੱਤਾ, ਉਹਨੇ ਤੁਹਾਡੇ ਘਰਾਂ ਦਾ ਤਸ਼ੱਖੁਸ ਕਿਸ ਤਰ੍ਹਾਂ ਕਾਇਮ ਰਹਿਣ ਦੇਣਾ ਸੀ? ਲਿਹਾਜ਼ਾ ਹੁਣ ਇਸ ਬੁਰੇ ਨੂੰ ਬੁਰਾ ਆਖਣਾ ਪੈਣਾ ਜੇ, ਇਸ ਅੰਨੇ ਨੂੰ ਅੰਨਾ ਆਖੋਗੇ, ਔਰ ਇਸ ਭੂੰਡ ਨੂੰ, ਇਸ ਜ਼ਰੀਲੇ ਨੂੰ, ਇਹਦੇ ਡੰਗ ਨੂੰ ਤੁਸੀਂ ਅਗਰ ਮੁਤਫਿਕਾ ਤੌਰ ਤੇ ਵਿਜੀਲੈਂਟ ਹੋ ਕੇ ਲੱਭ ਕੇ ਨਹੀਂ ਇਹਨੂੰ ਇਹਦੀਆਂ ਖੱਖਰਾਂ ਖਤਮ ਕਰੋਗੇ, ਚਾਹੇ ਉਹ ਸਟੇਟਸ ਨੇ, ਸਟੇਟ ਦੇ ਇਦਾਰੇ ਨੇ, ਸਿਆਸਤਦਾਨ ਨੇ, ਜਾਂ ਇਹ ਲੀਡਰਸ਼ਿਪ ਦੇ ਮਗਰ ਭੱਜ ਪੈਣ ਵਾਲੇ, ਤਾੜੀਆਂ ਵਜਾਉਣ ਵਾਲੇ ਨੇ, ਇਹ ਸਾਰਾ ਕੁਝ ਤੁਸੀਂ ਤਾਂ ਕਾਇਮ ਰੱਖ ਸਕੋਗੇ ਅਗਰ ਇਹ ਡੇਮੋ ਮਾਰੋਗੇ, ਅਗਰ ਇਹ ਖੱਖਰਾਂ ਖਤਮ ਕਰੋਗੇ, ਔਰ ਅਗਰ ਇਹ ਡੰਗ ਮਾਰਨ ਵਾਲੀ ਤੇ ਡਾਂਗੋ ਡਾਂਗੀ ਕਰਵਾਉਣ ਵਾਲੀ ਜਿਹੜੀ ਮਾਈਂਡ ਸੈਟ ਹੈ
ਇਹਦਾ ਹੁਣ ਤੁਹਾਨੂੰ ਲਿਤਰਾਂ ਨਾਲ, ਅੱਗ ਨਾਲ, ਤੱਤੇ ਪਾਣੀ ਨਾਲ, ਇਹਦਾ ਕਲਾ ਕਮਾ ਕਰਨ ਦੀ ਨੀਅਤ ਨਾਲ ਅਗਰ ਰੱਖੋ, ਇਹਦੇ ਨਾਲ ਪੇਸ਼ ਆਓਗੇ ਤੇ ਤੁਸੀਂ ਆਪਣੇ ਕਮਰਿਆਂ 'ਚ ਜਾਂ ਆਪਣੇ ਘਰਾਂ 'ਚ ਵਸ ਸਕੋਗੇ। ਨਹੀਂ ਤੇ ਨਾ ਤੁਹਾਡੇ ਨਿਆਣੇ ਹੁਣ ਮਹਿਫੂਜ਼ ਨੇ, ਨਾ ਤੁਸੀਂ ਆਪ, ਨਾ ਤੁਹਾਡੀਆਂ ਜ਼ਨਾਨੀਆਂ, ਨਾ ਤੁਹਾਡੇ ਬੱਚੇ। ਔਰ ਪਿਛਲੇ ਜਿਹੜੇ ਮੈਂ ਕੋਈ 2-3 ਮਹੀਨੇ ਪ੍ਰੋਗਰਾਮ ਹੈ ਪੰਜਾਬੀ ਦਾ ਨਹੀਂ ਕੀਤਾ, ਉਹਨਾਂ ਦਿਨਾਂ 'ਚ ਜੋ ਇਤਕਾਫਾਂ 'ਚ ਤੇ ਜੋ ਹੁਜਰਿਆਂ 'ਚ ਤੇ ਜੋ ਔਰਤਾਂ ਨਾਲ ਤੇ ਜੋ ਬੱਚੀਆਂ ਨਾਲ ਇਸ ਡੇਮੂ ਨੇ ਜਿੱਥੇ ਜਿੱਥੇ ਜਿਸ ਰੰਗ 'ਚ ਡੰਗ ਮਾਰੇ ਨੇ, ਉਹ ਤੁਹਾਡੇ ਮੀਡੀਆ 'ਚ ਛਪਦੇ ਔਰ ਖਬਰਾਂ ਦਾ ਹਿੱਸਾ ਰਹੇ ਨੇ। ਸੋਸ਼ਲ ਮੀਡੀਆ 'ਤੇ ਵੀ ਉਂਝ ਹੀ ਚੱਲਦੀਆਂ ਰਹੀਆਂ ਨੇ। ਇੱਕ ਪਾਸੇ ਡੇਮੂ ਵੱਢ ਗਏ, ਦੂਜੀ ਕਿਸਮ ਦੇ ਡੇਮੂ ਆ ਗਏ ਉਹਨਾਂ ਨੂੰ ਛੁਡਾਉਣ ਵਾਸਤੇ। ਲਿਹਾਜ਼ਾ ਇਹ ਸਾਰੇ ਜਿਹੜਾ ਈਵਲ ਨੈਕਸਸ ਹੈ ਭੂੰਡਾਂ ਦਾ, ਖੱਖਰਾਂ ਦਾ ਔਰ ਡੰਗਾਂ ਦਾ ਤੇ ਡਾਂਗਾਂ ਵਾਲਿਆਂ ਦਾ, ਇਹਦੇ 'ਚੋਂ ਬਾਹਰ ਆਪ ਨਿਕਲਣਾ ਚਾਹੀਦਾ। ਪਾਇਆ ਤੁਹਾਨੂੰ ਇਹਦੇ 'ਚ ਤੁਸਾਂ ਖੁਦਾ ਤਾਲਾ ਨੇ, ਖੁਦਾ ਦੇ ਦੀਨ ਨੇ ਕੋਈ ਨਹੀਂ ਸੀ ਪਾਇਆ। ਕਿਸੇ ਦੀਨ ਨੇ ਬਿਲਾ ਇਮਤਿਆਜ਼ ਖਿਦਮਤ ਦੀ ਤਾਲੀਮ ਦਿੱਤੀ ਹੈ। ਅਕੀਦੇ ਔਰ ਫਿਰਕੇ ਪੁੱਛ ਕੇ ਤੇ ਅੱਗਾਂ ਲਾਣ ਦੀ ਮੇਰੇ ਇਲਮ 'ਚ ਕੋਈ ਇੱਕ ਵੀ ਦੀਨ ਨਹੀਂ ਜਿਹਨੇ ਤਾਲੀਮ ਦਿੱਤੀ ਹੈ। ਲਿਹਾਜ਼ਾ ਇਹਨੂੰ ਬੁਰੇ ਨੂੰ ਬੁਰਾ ਆਖਣਾ ਪੈਣਾ ਤੁਹਾਨੂੰ, ਔਰ ਇਹਦੀਆਂ ਖੱਖਰਾਂ ਤੁਹਾਨੂੰ ਸਾੜਨੀਆਂ ਵੀ ਪੈਣੀਆਂ ਨੇ। ਇਹਨਾਂ 'ਤੇ ਤੱਤਾ ਪਾਣੀ ਵੀ ਸੱਟਣਾ ਜੇ, ਜਿਹੜੇ ਡਿੱਗ ਕੇ ਆਏ ਉਹਨਾਂ 'ਚੋਂ ਉਹਨੂੰ ਜੁੱਤੀਆਂ ਨਾਲ ਵੀ ਮਾਰਨਾ ਪੈਣਾ ਜੇ। ਉਸ ਤੋਂ ਇਲਾਵਾ ਸੁਸਾਇਟੀ ਦਾ, ਇਨਸਾਨੀ ਸੁਸਾਇਟੀ ਦੇ ਤੌਰ 'ਤੇ ਪ੍ਰੀਵੇਲ ਕਰਨ ਦਾ, ਸਸਟੇਨ ਕਰਨ ਦਾ ਕੋਈ ਆਪਸ਼ਨ ਨਹੀਂ। ਫੀ ਅਮਾਨ ਅੱਲਾਹ। ਅਗਲੇ ਪ੍ਰੋਗਰਾਮ 'ਚ ਫਿਰ ਗੱਲ ਹੋਏਗੀ।